ਹੈਲੋ ਸਟੂਡੈਂਟਸ, ਹਾਊ ਆਰ ਯੂ? ਅੱਜ ਅਸੀਂ ਕਰਨ ਜਾ ਰਹੇ ਹਾਂ ਲੈਸਨ 3 ਫਾਈਬਰ ਟੂ ਫੈਬਰਿਕ, ਰੇਸ਼ਿਆਂ ਤੋਂ ਕੱਪੜੇ ਤੱਕ। ਇਹ 'ਚ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਰੇਸ਼ੇ ਤੋਂ ਕੱਪੜਾ ਬਣਦਾ ਹੈ। ਲੈਟਸ ਸਟਾਰਟ। ਵੀ ਆਲ ਵੀਅਰ ਕਲੋਥਸ, ਅਸੀਂ ਸਾਰੇ ਕੱਪੜੇ ਪਹਿਨਦੇ ਹਾਂ। ਡੂ ਯੂ ਨੋ ਵਾਈ? ਕੀ ਤੁਸੀਂ ਜਾਣਦੇ ਹੋ ਕਿਉਂ? ਕਲੋਥਸ ਪ੍ਰੋਟੈਕਟ ਅਸ ਫਰੋਮ ਸਨਲਾਈਟ, ਵਿੰਡ, ਕੋਲਡ, ਹੀਟ, ਰੇਨ ਐਟਸੈਟਰਾ। ਕੱਪੜੇ ਸਾਨੂੰ ਸੂਰਜ ਦੀ ਰੋਸ਼ਨੀ, ਹਵਾ, ਠੰਡ, ਤਾਪ ਅਤੇ ਵਰਖਾ ਆਦਿ ਤੋਂ ਬਚਾਉਂਦੇ ਹਨ। People wear different kind of clothes to feel comfortable in different weather conditions. ਲੋਕ ਮੌਸਮ ਦੇ ਅਨੁਸਾਰ ਸਰੀਰ ਨੂੰ ਆਰਾਮਦਾਇਕ ਰੱਖਣ ਲਈ ਅਲੱਗ-ਅਲੱਗ ਕਿਸਮ ਦੇ ਕੱਪੜੇ ਪਹਿਨਦੇ ਹਨ। People also wear clothes to look smart. ਲੋਕ ਸੁੰਦਰ ਦਿੱਖ ਲਈ ਵੀ ਕੱਪੜੇ ਪਹਿਨਦੇ ਹਨ। People wear different types of clothes like sari, coat pant, suits, jeans, t-shirts, turban, kurta pajama, salwar kameez, ਲੂੰਗੀ, ਧੋਤੀ ਐਟਸੈਟਰਾ। ਲੋਕ ਵੱਖ-ਵੱਖ ਤਰ੍ਹਾਂ ਦੇ ਕੱਪੜੇ ਜਿਵੇਂ ਸਾੜੀ, ਕੋਟ ਪੈਂਟ, ਸੂਟ, ਜੀਨ, ਟੀ-ਸ਼ਰਟ, ਪੱਗ, ਕੁੜਤਾ ਪਜਾਮਾ, ਸਲਵਾਰ, ਕਮੀਜ਼, ਲੂੰਗੀ, ਧੋਤੀ ਆਦਿ ਪਹਿਨਦੇ ਹਨ। ਡੂ ਆਲ ਟਾਈਪ ਆਫ ਕਲੋਥਸ ਮੇਡ ਅਪ ਆਫ ਸੇਮ ਕਾਈਂਡ ਆਫ ਮਟੀਰੀਅਲ? ਕੀ ਇਹ ਸਾਰੇ ਕੱਪੜੇ ਇੱਕੋ ਹੀ ਕਿਸਮ ਦੇ ਪਦਾਰਥ ਮੀਨਸ ਰੇਸ਼ੇ ਤੋਂ ਬਣੇ ਹੁੰਦੇ ਹਨ? ਐਬਸੋਲੂਟਲੀ ਨੋਟ, ਬਿਲਕੁਲ ਨਹੀਂ। Clothes are made of different types of materials. ਕੱਪੜੇ ਵੱਖ-ਵੱਖ ਪਦਾਰਥਾਂ ਤੋਂ ਬਣੇ ਹੁੰਦੇ ਹਨ। The things we use in daily life like bed sheets, blankets, towels, curtains, duster, floor mats are made up of different fabric. ਕੱਪੜੇ ਵੱਖ-ਵੱਖ ਪਦਾਰਥਾਂ ਤੋਂ ਬਣੇ ਹੁੰਦੇ ਹਨ ਜਿਵੇਂ ਬੈੱਡ ਸ਼ੀਟ, ਕੰਬਲ, ਤੌਲੀਆ, ਪਰਦੇ, ਡਸਟਰ, ਫਰਸ਼ ਤੇ ਰੱਖਣ ਵਾਲੇ ਮੈਟ ਵੱਖ-ਵੱਖ ਤਰ੍ਹਾਂ ਦੇ ਰੇਸ਼ੇ ਤੋਂ ਬਣੇ ਹੁੰਦੇ ਹਨ। Even our school bags, belt, socks, ties are made up of different kind of fabric. ਸਾਡਾ ਸਕੂਲ ਦਾ ਬਸਤਾ, ਬੈਲਟ, ਜੁਰਾਬਾਂ, ਟਾਈ ਵੀ ਵੱਖ-ਵੱਖ ਤਰ੍ਹਾਂ ਦੇ ਰੇਸ਼ੇ ਤੋਂ ਬਣੇ ਹੁੰਦੇ ਹਨ। Variety of fabrics, ਕੱਪੜਿਆਂ ਵਿੱਚ ਵਿਭਿੰਨਤਾ। To know different type of fabrics, ਵੱਖ-ਵੱਖ ਤਰ੍ਹਾਂ ਦੇ ਰੇਸ਼ਿਆਂ ਬਾਰੇ ਜਾਣਨਾ। ਮਟੀਰੀਅਲ ਰਿਕੁਆਇਰਡ, ਲੋੜੀਂਦੀ ਸਮੱਗਰੀ। ਟੀ-ਸ਼ਰਟਸ, ਦੁਪੱਟਾ, ਸੌਕਸ, ਸਕੂਲ ਬੈਗ, ਜੂਟ, ਕੈਰੀ ਬੈਗ, ਸਵੈਟਰ। ਟੀ-ਸ਼ਰਟ, ਦੁਪੱਟਾ, ਜੁਰਾਬਾਂ, ਸਕੂਲ ਬੈਗ, ਜੂਟ ਦਾ ਬੈਗ, ਸਵੈਟਰ। ਪ੍ਰੋਸੀਜਰ, ਵਿਧੀ। ਜਸਟ ਟੱਚ ਦ ਫੈਬਰਿਕ ਆਫ ਟੀ-ਸ਼ਰਟ, ਜੂਟ ਬੈਗ, ਸਕੂਲ ਬੈਗ, ਸਵੈਟਰ ਐਟਸੈਟਰਾ। ਵਾਟ ਡੂ ਯੂ ਓਬਜ਼ਰਵ? ਤੁਸੀਂ ਟੀ-ਸ਼ਰਟ, ਜੂਟ ਬੈਗ, ਸਵੈਟਰ ਅਤੇ ਸਕੂਲ ਬੈਗ ਆਦਿ ਨੂੰ ਛੂਹੋ ਅਤੇ ਮਹਿਸੂਸ ਕਰੋ। You will observe that some clothes are light and soft, some are smooth and shiny, whereas some are rough. ਤੁਸੀਂ ਮਹਿਸੂਸ ਕਰੋਗੇ ਕਿ ਕੁਝ ਕੱਪੜੇ ਹਲਕੇ, ਨਰਮ ਅਤੇ ਮੁਲਾਇਮ ਹਨ, ਕੁਝ ਕੱਪੜੇ ਮੁਲਾਇਮ ਅਤੇ ਚਮਕੀਲੇ ਹਨ ਅਤੇ ਕੁਝ ਥੋੜੇ ਖੁਰਦਰੇ ਹਨ। Conclusion, ਸਿੱਟਾ। ਦੁਪੱਟਾ is light and smooth as it is made up of cotton. ਦੁਪੱਟਾ ਹਲਕਾ ਅਤੇ ਮੁਲਾਇਮ ਹੈ ਕਿਉਂਕਿ ਇਹ ਰੂੰ ਦਾ ਬਣਿਆ ਹੋਇਆ ਹੈ। ਸਵੈਟਰ ਇਜ਼ ਸੌਫਟ ਐਂਡ ਵਾਰਮ ਐਜ਼ ਇਟ ਇਜ਼ ਮੇਡ ਅਪ ਆਫ ਵੂਲ। ਸਵੈਟਰ ਨਰਮ ਅਤੇ ਗਰਮ ਲੱਗਦਾ ਹੈ ਕਿਉਂਕਿ ਇਹ ਉੱਨ ਦਾ ਬਣਿਆ ਹੋਇਆ ਹੈ। ਜੂਟ ਇਜ਼ ਸਟਰੋਂਗ ਐਂਡ ਰਫ। ਨੈਕਟਾਈ ਇਜ਼ ਸਮੂਥ ਐਂਡ ਸ਼ਾਈਨੀ ਐਜ਼ ਇਟ ਇਜ਼ ਮੇਡ ਅਪ ਆਫ ਸਿਲਕ। ਜੂਟ ਦਾ ਬੈਗ ਮਜ਼ਬੂਤ ਅਤੇ ਖੁਰਦਰਾ ਹੈ ਕਿਉਂਕਿ ਇਹ ਜੂਟ ਦਾ ਬਣਿਆ ਹੋਇਆ ਹੈ। ਗਲੇ ਦੀ ਟਾਈ ਮੁਲਾਇਮ ਅਤੇ ਚਮਕੀਲੀ ਹੈ ਕਿਉਂਕਿ ਇਹ ਸਿਲਕ ਦੀ ਬਣੀ ਹੋਈ ਹੈ। Think and answer, ਸੋਚੋ ਅਤੇ ਉੱਤਰ ਦਿਓ। List any 2 types of fabric, ਕੋਈ ਵੀ 2 ਪ੍ਰਕਾਰ ਦੇ ਰੇਸ਼ੇ ਦੱਸੋ। Jute bag, school bag. How does silk fabric feel? ਸਿਲਕ ਦੇ ਕੱਪੜੇ ਨੂੰ ਛੂਹਣ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ? Smooth. With what kind of fabric your ਦੁਪੱਟਾ is made up of? ਤੁਹਾਡਾ ਦੁਪੱਟਾ ਕਿਸ ਤਰ੍ਹਾਂ ਦੇ ਰੇਸ਼ੇ ਤੋਂ ਬਣਿਆ ਹੋਇਆ ਹੈ? Cotton. Activity second, what are fabric made up of? ਕੱਪੜੇ ਕਿਸ ਤੋਂ ਬਣਦੇ ਹਨ? Material required, ਹੁਣ ਇਹ 'ਚ ਲੋੜੀਂਦੀ ਸਮੱਗਰੀ ਕਿਹੜੀ ਹੈ? ਜੂਟ ਸੈਕ, ਸੀਜ਼ਰਸ, ਨੀਡਲ ਐਟਸੈਟਰਾ। ਜੂਟ ਦਾ ਟੁਕੜਾ, ਕੈਂਚੀ, ਸੂਈ ਆਦਿ। Procedure, ਵਿਧੀ। Cut a small piece of jute sack with the help of scissor. ਕੈਂਚੀ ਦੀ ਮਦਦ ਨਾਲ ਜੂਟ ਦੇ ਥੈਲੇ ਦਾ ਇੱਕ ਟੁਕੜਾ ਕੱਟੋ। Now try to pull a thin loose thread or yarn present at the edges. ਇਸ ਵਿੱਚੋਂ ਢਿੱਲੇ ਹੋਏ ਧਾਗੇ ਜਾਂ ਰੇਸ਼ੇ ਨੂੰ ਇੱਕ ਕਿਨਾਰੇ ਤੋਂ ਖਿੱਚਣ ਦੀ ਕੋਸ਼ਿਸ਼ ਕਰੋ। You can also use a needle or pin to separate it. ਤੁਸੀਂ ਸੂਈ ਜਾਂ ਪਿੰਨ ਦੀ ਸਹਾਇਤਾ ਨਾਲ ਵੀ ਇਸ ਨੂੰ ਵੱਖ ਕਰ ਸਕਦੇ ਹੋ। Conclusion, ਸਿੱਟਾ। We will see jute fabric is made up of thin thread. These thin threads are known as yarn.
ਅਸੀਂ ਦੇਖਾਂਗੇ ਕਿ ਜੂਟ ਦਾ ਕੱਪੜਾ ਬਰੀਕ ਤੇ ਲੰਬੀਆਂ ਬਣਤਰਾਂ ਤੋਂ ਬਣਿਆ ਹੈ ਜਿਸ ਨੂੰ ਧਾਗਾ ਕਹਿੰਦੇ ਹਨ, ਜੋ ਅੱਗੇ ਬਹੁਤ ਹੀ ਬਰੀਕ ਲੜੀਆਂ ਤੋਂ ਬਣਿਆ ਹੈ ਜਿਸ ਨੂੰ ਰੇਸ਼ਾ ਕਿਹਾ ਜਾਂਦਾ ਹੈ। ਸੋ ਕਨਕਲੂਜਨ ਇਹ ਹੈ ਕਿ ਕੱਪੜੇ ਰੇਸ਼ਿਆਂ ਤੋਂ ਬਣੇ ਹੁੰਦੇ ਹਨ। ਯਾਨ ਧਾਗੇ। ਯਾਨ ਇਜ਼ ਅ ਥਿਨ ਥ੍ਰੈਡ। ਯਾਨ ਇੱਕ ਪਤਲਾ ਧਾਗਾ ਹੁੰਦਾ ਹੈ ਯੂਜ਼ਡ ਫॉर ਮੇਕਿੰਗ ਡਿਫਰੈਂਟ ਫੈਬਰਿਕਸ, ਜੋ ਕਿ ਅਲੱਗ-ਅਲੱਗ ਕੱਪੜਿਆਂ ਨੂੰ ਬਣਾਉਣ ਦੇ ਕੰਮ ਆਉਂਦਾ ਹੈ। ਫਾਈਬਰ। What are the yarn made up of? ਧਾਗੇ ਕਿਸ ਤੋਂ ਬਣੇ ਹੁੰਦੇ ਹਨ? Material required, ਲੋੜੀਂਦੀ ਸਮੱਗਰੀ ਕੀ ਚਾਹੀਦੀ ਹੈ ਇਹ ਦੇਖਣ ਲਈ। A piece of cloth, earbuds, a small needle, scissor, ਇੱਕ ਕੱਪੜੇ ਦਾ ਟੁਕੜਾ, ਕੰਨ ਸਾਫ਼ ਕਰਨ ਵਾਲੀਆਂ ਬਰਡਸ, ਕੈਂਚੀ, ਸੂਈ। Procedure ਵਿਧੀ। Cut a small piece of cloth with scissor, ਕੱਪੜੇ ਦੇ ਟੁਕੜੇ ਨੂੰ ਕੈਂਚੀ ਦੀ ਸਹਾਇਤਾ ਨਾਲ ਕੱਟੋ। Can you see loose thread or yarn at the edge? ਕੀ ਤੁਸੀਂ ਕੱਟੇ ਹੋਏ ਕੱਪੜੇ ਦੇ ਕਿਨਾਰੇ ਤੇ ਢਿੱਲੇ ਹੋਏ ਧਾਗਿਆਂ ਨੂੰ ਦੇਖਿਆ? Pull few of them out, ਇਹਨਾਂ ਵਿੱਚੋਂ ਕੁਝ ਨੂੰ ਬਾਹਰ ਖਿੱਚੋ। Now take a needle, ਹੁਣ ਇੱਕ ਸੂਈ ਲਵੋ। Try to pass that yarn to the end of the needle. What do you see? ਖਿੱਚੇ ਹੋਏ ਧਾਗੇ ਨੂੰ ਸੂਈ ਦੇ ਨੱਕੇ ਵਿੱਚੋਂ ਪਾਉਣ ਦੀ ਕੋਸ਼ਿਸ਼ ਕਰੋ। ਤੁਸੀਂ ਕੀ ਦੇਖਿਆ? Conclusion, ਹੁਣ ਇਹਦਾ ਸਿੱਟਾ ਕੀ ਨਿਕਲਿਆ? You are able to see that this yarn is made up of very small strands. ਤੁਸੀਂ ਦੇਖੋਗੇ ਕਿ ਧਾਗੇ ਦੇ ਸਿਰੇ ਤੇ ਬਹੁਤ ਬਰੀਕ ਲੜੀਆਂ ਹਨ। These small strands are fibers. ਇਹ ਬਰੀਕ ਲੜੀਆਂ ਰੇਸ਼ੇ ਹਨ। These fibers make it difficult for the yarn to pass through the small hole of the needle. ਇਹ ਬਰੀਕ ਲੜੀਆਂ ਰੇਸ਼ੇ ਹਨ ਜਿਹੜੀਆਂ ਧਾਗੇ ਨੂੰ ਸੂਈ ਦੇ ਛੋਟੇ ਜਿਹੇ ਛੇਕ ਵਿੱਚੋਂ ਲੰਘਣ ਤੋਂ ਰੋਕਦੀਆਂ ਹਨ। Try something else to show fibers. ਆਓ ਕਿਸੇ ਹੋਰ ਵਸਤੂ ਦੀ ਵਰਤੋਂ ਕਰਕੇ ਰੇਸ਼ਿਆਂ ਨੂੰ ਦੇਖਣ ਦੀ ਕੋਸ਼ਿਸ਼ ਕਰੀਏ। Scratch the ends of a cotton earbuds and pull it. ਕੰਨਾਂ ਨੂੰ ਸਾਫ਼ ਕਰਨ ਵਾਲੀਆਂ ਬਰਡਸ ਦੇ ਸਿਰਿਆਂ ਤੇ ਲੱਗੀ ਰੂੰ ਨੂੰ ਖਿੱਚੋ। You will see many fibers of cotton. ਤੁਸੀਂ ਰੂੰ ਦੇ ਬਹੁਤ ਬਰੀਕ ਰੇਸ਼ੇ ਦੇਖੋਗੇ, ਜਿਵੇਂ ਕਿ ਨੀਚੇ ਇੱਕ ਫਿਗਰ ਯਾਨੀ ਚਿੱਤਰ 3.3 ਤੇ 3.4 ਵਿੱਚ ਦਿਖਾਇਆ ਗਿਆ ਹੈ। Types of fibers, ਰੇਸ਼ਿਆਂ ਦੀਆਂ ਕਿਸਮਾਂ। Natural fibers, ਕੁਦਰਤੀ ਰੇਸ਼ੇ। Synthetic fibers, ਸੰਸ਼ਲਿਸ਼ਟ ਰੇਸ਼ੇ। Natural fibers, ਕੁਦਰਤੀ ਰੇਸ਼ੇ ਕੀ ਹੁੰਦੇ ਨੇ? Fibers that are obtained from nature are called natural fiber. ਜਿਹੜੇ ਰੇਸ਼ੇ ਸਾਨੂੰ ਕੁਦਰਤ ਤੋਂ ਪ੍ਰਾਪਤ ਹੁੰਦੇ ਹਨ ਉਹਨਾਂ ਨੂੰ ਕੁਦਰਤੀ ਰੇਸ਼ੇ ਕਹਿੰਦੇ ਹਨ। These are of two types. ਇਹ ਦੋ ਪ੍ਰਕਾਰ ਦੇ ਹੁੰਦੇ ਹਨ। Plant fiber means ਪੌਦਾ ਰੇਸ਼ੇ ਜਿਸ ਤਰ੍ਹਾਂ cotton, jute, coir, ਤੇ animal fiber ਜੰਤੂ ਰੇਸ਼ੇ ਜਿੱਦਾਂ wool, silk. The fibers obtained from plants are called plant fibers. ਜਿਹੜੇ ਰੇਸ਼ੇ ਸਾਨੂੰ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ ਉਹਨਾਂ ਨੂੰ ਪੌਦਾ ਰੇਸ਼ਾ ਕਹਿੰਦੇ ਹਨ। ਫॉर ਐਗਜ਼ਾਮਪਲ cotton, jute, coir. ਉਦਾਹਰਨ ਦੇ ਤੌਰ ਤੇ ਰੂੰ, ਜੂਟ, ਨਾਰੀਅਲ ਰੇਸ਼ੇ ਆਦਿ। The fibers obtained from animals are called animal fibers. For example, wool, silk. ਜਿਹੜੇ ਰੇਸ਼ੇ ਸਾਨੂੰ ਜੰਤੂਆਂ ਤੋਂ ਪ੍ਰਾਪਤ ਹੁੰਦੇ ਹਨ ਉਹਨਾਂ ਨੂੰ ਜੰਤੂ ਰੇਸ਼ੇ ਕਹਿੰਦੇ ਹਨ। ਉਦਾਹਰਨ ਉੱਨ, ਸਿਲਕ ਆਦਿ। Cotton, ਰੂੰ. Cotton is soft fiber that is grown in the field. ਕਪਾਹ ਇੱਕ ਨਰਮ ਰੇਸ਼ਾ ਹੁੰਦਾ ਹੈ ਜਿਹੜਾ ਕਿ ਖੇਤਾਂ ਵਿੱਚ ਉਗਾਇਆ ਜਾਂਦਾ ਹੈ। It is one of the major crop of the Kharif season. ਇਹ ਖਰੀਫ ਸਾਉਣੀ ਦੀ ਇੱਕ ਮਹੱਤਵਪੂਰਨ ਫਸਲ ਹੈ। It is sown between May and December in different parts of the country. ਇਹ ਮਈ ਤੋਂ ਦਸੰਬਰ ਤੱਕ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਉਗਾਈ ਜਾਂਦੀ ਹੈ। Cotton balls are the fruits of cotton plants. ਕਪਾਹ ਦੇ ਪੌਦੇ ਉੱਪਰ ਕਪਾਹ ਦੇ ਟਿੰਡੇ ਦਾ ਫੁੱਲ ਲੱਗਦਾ ਹੈ। Their size is almost same that of the lemon. ਜਿਹੜੇ ਕਿ ਆਕਾਰ ਵਿੱਚ ਨਿੰਬੂ ਵਰਗੇ ਹੁੰਦੇ ਹਨ। When the cotton crop gets mature, cotton balls burst open. ਜਦੋਂ ਫਸਲ ਪੱਕ ਜਾਂਦੀ ਹੈ ਤਾਂ ਇਹ ਟਿੰਡੇ ਖੁੱਲ ਜਾਂਦੇ ਹਨ। Now these cotton balls are ready for picking. ਹੁਣ ਕਪਾਹ ਚੁਗਣ ਲਈ ਤਿਆਰ ਹੋ ਜਾਂਦੀ ਹੈ। Picking, ਚੁਗਣਾ। Picking of cotton balls is generally done by hand. ਕਪਾਹ ਦੇ ਟਿੰਡਿਆਂ ਨੂੰ ਆਮ ਤੌਰ ਤੇ ਹੱਥਾਂ ਨਾਲ ਚੁਗਿਆ ਜਾਂਦਾ ਹੈ ਜਿਸ ਤਰ੍ਹਾਂ ਕਿ 3.5 ਵਿੱਚ ਦਿਖਾਇਆ ਗਿਆ ਹੈ। Ginning, ਕਪਾਹ ਨੂੰ ਵੇਲਣਾ। When cotton balls burst open after maturing, cotton balls are picked by hand. ਜਦੋਂ ਕਪਾਹ ਦੇ ਟਿੰਡੇ ਪੱਕਣ ਤੋਂ ਬਾਅਦ ਫਟ ਜਾਂਦੇ ਹਨ ਤਾਂ ਉਹਨਾਂ ਨੂੰ ਹੱਥਾਂ ਨਾਲ ਚੁਗਿਆ ਜਾਂਦਾ ਹੈ। Fiber are separated from the seeds by combining. ਰੇਸ਼ਿਆਂ ਨੂੰ ਬੀਜ ਤੋਂ ਵੇਲਣੇ ਨਾਲ ਵੱਖ ਕੀਤਾ ਜਾਂਦਾ ਹੈ। This process is called ginning. ਇਸ ਵਿਧੀ ਨੂੰ ਕਪਾਹ ਵੇਲਣਾ ਕਹਿੰਦੇ ਹਨ। Ginning was traditionally done by the hand, but these days machines are also used for ginning. ਆਮ ਤੌਰ ਤੇ ਕਪਾਹ ਨੂੰ ਹੱਥਾਂ ਨਾਲ ਵੱਖ ਕੀਤਾ ਜਾਂਦਾ ਹੈ ਪਰ ਅੱਜ ਕੱਲ੍ਹ ਮਸ਼ੀਨਾਂ ਨਾਲ ਵੀ ਵੱਖ ਕੀਤਾ ਜਾਂਦਾ ਹੈ। Spinning,
ਕਤਾਈ The fibers are spun in yarns by pulling out and twisting the fibers together. ਰੇਸ਼ਿਆਂ ਤੋਂ ਧਾਗਾ ਬਣਾਉਣ ਲਈ ਰੇਸ਼ੇ ਨੂੰ ਇੱਕੋ ਸਮੇਂ ਖਿੱਚਿਆ ਅਤੇ ਵੱਟਿਆ ਜਾਂਦਾ ਹੈ। The process of making yarn from fibers is known as spinning. ਰੇਸ਼ੇ ਤੋਂ ਧਾਗਾ ਬਣਾਉਣ ਦੀ ਇਸ ਕਿਰਿਆ ਨੂੰ ਕਤਾਈ ਕਹਿੰਦੇ ਹਨ। In India, earlier spinning was done with hand spindle or on a spinning wheel, ਚਰਖਾ। ਭਾਰਤ ਵਿੱਚ ਕਤਾਈ ਹੱਥ ਦੀ ਤਕਲੀ ਅਤੇ ਚਰਖੇ ਨਾਲ ਕੀਤੀ ਜਾਂਦੀ ਹੈ। Nowadays, machines are used. ਅੱਜ ਕੱਲ੍ਹ ਇਹ ਕੰਮ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ। Use of ਚਰਖਾ was popularized by Mahatma Gandhi as part of the independence movement. ਮਹਾਤਮਾ ਗਾਂਧੀ ਜੀ ਨੇ ਸੁਤੰਤਰਤਾ ਅੰਦੋਲਨ ਦੇ ਹਿੱਸੇ ਵਜੋਂ ਚਰਖੇ ਦੀ ਵਰਤੋਂ ਨੂੰ ਲੋਕਾਂ ਵਿੱਚ ਪ੍ਰਸਿੱਧ ਕੀਤਾ ਸੀ। He encouraged people to wear clothes made up of home-spun yarn and shun imported clothes made in the mills of Britain. ਉਹਨਾਂ ਨੇ ਲੋਕਾਂ ਨੂੰ ਹੱਥ ਦੇ ਕੱਤੇ ਹੋਏ ਧਾਗਿਆਂ ਤੋਂ ਬਣੇ ਕੱਪੜੇ ਪਹਿਨਣ ਲਈ ਅਤੇ ਵਿਦੇਸ਼ੀ ਮਿੱਲਾਂ ਵਿੱਚ ਬਣੇ ਕੱਪੜੇ ਪਹਿਨਣ ਦਾ ਵਿਰੋਧ ਕਰਨ ਲਈ ਉਤਸ਼ਾਹਿਤ ਕੀਤਾ। Spinning of yarn on a large scale is done on spinning machine. ਵੱਡੀ ਮਾਤਰਾ ਵਿੱਚ ਧਾਗੇ ਦੀ ਕਤਾਈ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ। After spinning, yarns are used for making fabrics. ਇਸ ਤੋਂ ਬਾਅਦ ਕੱਤੇ ਹੋਏ ਧਾਗੇ ਨੂੰ ਕੱਪੜਾ ਬਣਾਉਣ ਲਈ ਵਰਤਿਆ ਜਾਂਦਾ ਹੈ। Jute Jute is the second most important plant fiber after cotton. ਕਪਾਹ ਤੋਂ ਬਾਅਦ jute ਦੂਜਾ ਬਹੁਤ ਹੀ ਮਹੱਤਵਪੂਰਨ ਪੌਦਾ ਰੇਸ਼ਾ ਹੈ। Jute is long, soft, shining plant fiber that can be spun into long string and rough yarns. Jute ਲੰਬਾ ਖੁਰਦਰਾ ਚਮਕਦਾਰ ਪੌਦਾ ਰੇਸ਼ਾ ਹੁੰਦਾ ਹੈ ਜਿਸ ਨੂੰ ਲੰਬੇ ਅਤੇ ਖੁਰਦਰੇ ਧਾਗੇ ਵਿੱਚ ਕੱਤਿਆ ਜਾ ਸਕਦਾ ਹੈ। It is the cheapest natural fiber and is harvested when plant is at flowering stage. ਇਸ ਦੀ ਕਟਾਈ ਉਦੋਂ ਕੀਤੀ ਜਾਂਦੀ ਹੈ ਜਦੋਂ ਪੌਦੇ ਨੂੰ ਫੁੱਲ ਲੱਗਦੇ ਹਨ। After harvesting, these jute stems are tied into bundles and soaked in water for 15 days. ਕਟਾਈ ਤੋਂ ਬਾਅਦ ਜੂਟ ਦੇ ਤਣਿਆਂ ਦੀਆਂ ਗੰਢਾਂ ਬਣਾ ਕੇ 15 ਦਿਨ ਲਈ ਪਾਣੀ ਵਿੱਚ ਭਿੱਜਣ ਲਈ ਰੱਖ ਦਿੱਤੀਆਂ ਜਾਂਦੀਆਂ ਹਨ। This process is called retting. ਇਸ ਪ੍ਰਕਿਰਿਆ ਨੂੰ retting ਕਿਹਾ ਜਾਂਦਾ ਹੈ। When the jute fiber become loose, then these are separated from the plant stem by hand. ਜਦੋਂ ਜੂਟ ਰੇਸ਼ੇ ਢਿੱਲੇ ਪੈ ਜਾਂਦੇ ਹਨ ਤਾਂ ਇਹਨਾਂ ਨੂੰ ਪੌਦੇ ਦੇ ਤਣੇ ਤੋਂ ਹੱਥਾਂ ਨਾਲ ਵੱਖ ਕਰ ਦਿੱਤਾ ਜਾਂਦਾ ਹੈ। Now these fibers are washed in fresh water, then allowed to dry in the sunlight for 2-3 days. ਹੁਣ ਇਹਨਾਂ ਰੇਸ਼ਿਆਂ ਨੂੰ ਤਾਜ਼ੇ ਪਾਣੀ ਵਿੱਚ ਧੋਣ ਤੋਂ ਬਾਅਦ ਧੁੱਪ ਵਿੱਚ 2-3 ਦਿਨਾਂ ਤੱਕ ਸੁੱਕਣ ਦਿੱਤਾ ਜਾਂਦਾ ਹੈ। These fibers are converted into yarn as shown in figure 3.8. ਇਹਨਾਂ ਰੇਸ਼ਿਆਂ ਨੂੰ ਧਾਗਿਆਂ ਵਿੱਚ ਬਦਲ ਲਿਆ ਜਾਂਦਾ ਹੈ ਜਿਵੇਂ ਕਿ ਚਿੱਤਰ 3.8 ਵਿੱਚ ਵਿਖਾਇਆ ਗਿਆ ਹੈ। In India, jute is cultivated in states of Assam, Bihar and West Bengal. ਭਾਰਤ ਵਿੱਚ ਜੂਟ ਯਾਨੀ ਪਟਸਨ ਦੀ ਖੇਤੀ ਅਸਾਮ, ਬਿਹਾਰ ਅਤੇ ਪੱਛਮੀ ਬੰਗਾਲ ਰਾਜਾਂ ਵਿੱਚ ਕੀਤੀ ਜਾਂਦੀ ਹੈ। It is used to make curtains, chair, coverings, carpets, mats, ropes, gunny bags. ਇਸ ਦੀ ਵਰਤੋਂ ਪਰਦੇ, ਕੁਰਸੀਆਂ ਦੇ ਕਵਰ, ਗਲੀਚੇ, ਚਟਾਈਆਂ, ਰੱਸੀਆਂ ਅਤੇ ਬੈਗ ਬਣਾਉਣ ਲਈ ਕੀਤੀ ਜਾਂਦੀ ਹੈ। ਕੋਇਰ ਨਾਰੀਅਲ ਰੇਸ਼ੇ Coir is another natural fiber. ਨਾਰੀਅਲ ਰੇਸ਼ਾ ਵੀ ਇੱਕ ਕੁਦਰਤੀ ਰੇਸ਼ਾ ਹੈ। It is extracted from the fibrous outer shell of a coconut. ਇਹ ਨਾਰੀਅਲ ਦੇ ਬਾਹਰੀ ਰੇਸ਼ੇਦਾਰ ਭਾਗ ਤੋਂ ਉਤਾਰਿਆ ਜਾਂਦਾ ਹੈ। The coir fiber is relatively waterproof and is one of the few natural fibers resistant to damage by soft water. ਨਾਰੀਅਲ ਰੇਸ਼ਾ ਇੱਕ ਅਜਿਹਾ ਰੇਸ਼ਾ ਹੈ ਜਿਹੜਾ ਪਾਣੀ ਨੂੰ ਅੰਦਰ ਆਉਣ ਤੋਂ ਰੋਕਦਾ ਹੈ। ਇਹ ਕੁਦਰਤੀ ਰੇਸ਼ਿਆਂ ਵਿੱਚੋਂ ਇੱਕ ਨਰਮ ਰੇਸ਼ਾ ਹੈ ਜੋ ਪਾਣੀ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਦਾ ਹੈ। It is used to make floor mats, door mats, brushes, mattresses and ropes. ਇਸ ਦੀ ਵਰਤੋਂ ਦਰਵਾਜ਼ੇ ਦੇ ਮੈਟ, ਬੁਰਸ਼, ਚਟਾਈਆਂ ਅਤੇ ਰੱਸੀਆਂ ਬਣਾਉਣ ਲਈ ਕੀਤੀ ਜਾਂਦੀ ਹੈ। Think and answer. ਸੋਚੋ ਅਤੇ ਉੱਤਰ ਦਿਓ। Name the items that are made from jute plant and coconut fiber. ਉਹਨਾਂ ਵਸਤੂਆਂ ਦੇ ਨਾਮ ਲਿਖੋ ਜੋ ਜੂਟ ਅਤੇ ਨਾਰੀਅਲ ਰੇਸ਼ੇ ਤੋਂ ਬਣਦੀਆਂ ਹਨ। Curtains, chair, carpets, mats, ropes, doormats, brushes, etc. Activity 4. ਕਿਰਿਆ ਚੌਥੀ How is yarn made? ਧਾਗਾ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ। Material required. ਲੋੜੀਂਦੀ ਸਮੱਗਰੀ cotton, ਰੂੰ, ਕਪਾਹ। Procedure ਵਿਧੀ Hold some cotton in one hand and pinch it between the thumb and forefinger of other hand. Now gently start pulling out cotton
while continuously twisting the fiber। ਰੂੰ ਕਪਾਹ ਦੀ ਕੁਝ ਮਾਤਰਾ ਨੂੰ ਆਪਣੇ ਇੱਕ ਹੱਥ ਵਿੱਚ ਪਕੜੋ, ਦੂਸਰੇ ਹੱਥ ਨਾਲ ਕਪਾਹ ਦੇ ਰੇਸ਼ਿਆਂ ਨੂੰ ਅੰਗੂਠੇ ਅਤੇ ਉਂਗਲੀਆਂ ਦੀ ਮਦਦ ਨਾਲ ਹੌਲੀ-ਹੌਲੀ ਖਿੱਚਣਾ ਸ਼ੁਰੂ ਕਰੋ ਅਤੇ ਨਾਲ-ਨਾਲ ਵੱਟਦੇ ਜਾਓ। You will see that you are able to make yarn। ਤੁਸੀਂ ਵੇਖੋਗੇ ਕਿ ਇਸ ਤਰ੍ਹਾਂ ਤੁਸੀਂ ਇੱਕ ਧਾਗਾ ਤਿਆਰ ਕਰ ਲਿਆ ਹੈ। Think and answer। ਸੋਚੋ ਅਤੇ ਉੱਤਰ ਦਿਓ। Yarn is made of cotton। What is yarn? Yarn ਕੀ ਹੈ? Yarn is a thin thread used for making different fabrics। How do you make yarn from cotton? So ਇਸ ਪੈਰਾਗ੍ਰਾਫ ਵਿੱਚ ਦਾ ਜਵਾਬ ਹੈ ਕਿ hold some cotton in one hand and pinch it between the thumb and forefinger of other hand। Now gently start pulling out cotton while continuously twisting the fiber। Yarn to fabric। ਧਾਗੇ ਤੋਂ ਕਪੜਾ। There are many ways by which fabrics are made from yarns। ਧਾਗੇ ਤੋਂ ਕਪੜਾ ਬਣਾਉਣ ਦੇ ਕਈ ਢੰਗ ਹਨ। The two main processes are। ਜਿਨ੍ਹਾਂ ਵਿੱਚੋਂ ਮੁੱਖ ਦੋ ਢੰਗ ਹਨ weaving ਯਾਨੀ ਬੁਣਨਾ, knitting ਉਣਨਾ। The process of arranging two sets of yarn together to make fabric is called weaving। ਧਾਗੇ ਦੇ ਦੋ ਸੈੱਟਾਂ ਨੂੰ ਆਪਸ ਵਿੱਚ ਬੁਣ ਕੇ ਕਪੜਾ ਬਣਾਉਣ ਦੀ ਵਿਧੀ ਨੂੰ ਬੁਣਾਈ ਕਹਿੰਦੇ ਹਨ। Let us perform an activity to know what is weaving। ਆਓ ਇਸ ਨੂੰ ਇੱਕ ਕਿਰਿਆ ਰਾਹੀਂ ਜਾਣੀਏ ਕਿ ਬੁਣਾਈ ਕੀ ਹੈ। Activity 5 ਕਿਰਿਆ 5ਵੀਂ How weaving is done। ਬੁਣਾਈ ਕਿਸ ਤਰ੍ਹਾਂ ਕੀਤੀ ਜਾਂਦੀ ਹੈ। Material required। ਲੋੜੀਂਦੀ ਸਮੱਗਰੀ ਕਿਹੜੀ ਹੈ। Colored sheets of papers, scissors, pencils, etc। ਰੰਗਦਾਰ ਪੇਪਰ, ਸ਼ੀਟਾਂ, ਕੈਂਚੀ, ਪੈਨਸਲ ਆਦਿ। ਪ੍ਰੋਸੀਜਰ ਵਿਧੀ ਕੀ ਹੈ। ਟੇਕ 2 different colored sheets of paper। ਦੋ ਵੱਖ-ਵੱਖ ਰੰਗਾਂ ਦੀਆਂ ਪੇਪਰ ਸ਼ੀਟਾਂ ਲਓ। Now cut square piece of 20 centimeter of each sheet। ਹੁਣ ਹਰੇਕ ਸ਼ੀਟ ਨੂੰ 20 ਸੈਂਟੀਮੀਟਰ ਦੇ ਵਰਗਾਕਾਰ ਟੁਕੜਿਆਂ ਵਿੱਚ ਕੱਟੋ। Now fold each sheet into half। ਹੁਣ ਇਹਨਾਂ ਸ਼ੀਟਾਂ ਨੂੰ ਅੱਧ ਚੋਂ ਮੋੜੋ। Draw parallel lines 0.5 centimeter apart as you see in the picture 3.11। 0.5 ਸੈਂਟੀਮੀਟਰ ਚੌੜਾਈ ਵਾਲੀਆਂ ਸਮਾਨ ਅੰਤਰ ਲਾਈਨਾਂ ਲਗਾਓ ਜਿਸ ਤਰ੍ਹਾਂ ਤੁਸੀਂ ਚਿੱਤਰ 3.11 ਵਿੱਚ ਵੇਖ ਰਹੇ ਹੋ। Cut yellow sheet into pieces as you see in the picture and cut red sheet up to lines as shown here। Red strips are not separated from the sheet। ਪੀਲੀ ਸ਼ੀਟ ਨੂੰ ਚਿੱਤਰ ਵਿੱਚ ਵਿਖਾਏ ਅਨੁਸਾਰ ਲੰਬੀਆਂ ਪੱਟੀਆਂ ਵਿੱਚ ਕੱਟ ਲਓ। ਲਾਲ ਸ਼ੀਟ ਨੂੰ ਚਿੱਤਰ ਵਿੱਚ ਵਿਖਾਏ ਅਨੁਸਾਰ ਇਸ ਤਰ੍ਹਾਂ ਕੱਟ ਲਗਾਓ ਕਿ ਉਸ ਦੀਆਂ ਪੱਟੀਆਂ ਅਲੱਗ ਨਾ ਹੋਣ। Now unfold red sheet and strips of yellow sheet। ਹੁਣ ਲਾਲ ਸ਼ੀਟ ਨੂੰ ਖੋਲ ਲਓ ਅਤੇ ਪੀਲੀਆਂ ਪੱਟੀਆਂ ਨੂੰ ਅਲੱਗ ਕਰ ਦਿਓ। Place red sheet on a smooth surface। ਲਾਲ ਸ਼ੀਟ ਨੂੰ ਪੱਧਰੀ ਸਤ੍ਹਾ ਤੇ ਰੱਖੋ। Take one strip of yellow sheet। ਹੁਣ ਇੱਕ ਪੀਲੀ ਪੱਟੀ ਲਓ। Hold it perpendicular to red strip of red sheet। ਅਤੇ ਇਸ ਨੂੰ ਲਾਲ ਸ਼ੀਟ ਦੀ ਲਾਲ ਪੱਟੀ ਦੇ ਲੰਬੇ ਰੂਪ ਵਿੱਚ ਰੱਖਦੇ ਹੋਏ now pass it above and below red strip of red sheet alternatively। ਉੱਪਰ ਹੇਠਾਂ ਲਗਾਉਂਦੇ ਜਾਓ। Eventually you will get a beautiful weaving pattern as shown in picture 3.11। ਤੁਸੀਂ ਇੱਕ ਬਹੁਤ ਹੀ ਸੁੰਦਰ ਬੁਣਾਈ ਦਾ ਨਮੂਨਾ ਪ੍ਰਾਪਤ ਕਰ ਲਵੋਗੇ ਜਿਵੇਂ ਕਿ ਤੁਸੀਂ 3.11 ਚਿੱਤਰ 'ਚ ਦੇਖ ਰਹੇ ਹੋ। Yarns are much thinner than are paper strips। ਪੇਪਰ ਦੀਆਂ ਸ਼ੀਟਾਂ ਦੇ ਮੁਕਾਬਲੇ ਧਾਗਾ ਬਹੁਤ ਹੀ ਪਤਲਾ ਹੁੰਦਾ ਹੈ। So weaving of fabric is done on looms। ਇਸ ਲਈ ਕੱਪੜੇ ਦੀ ਬੁਣਾਈ ਖੱਡੀਆਂ ਤੇ ਕੀਤੀ ਜਾਂਦੀ ਹੈ। The looms are either hand operated or power operated। ਇਹ ਖੱਡੀਆਂ ਹੱਥ ਨਾਲ ਵੀ ਚੱਲਦੀਆਂ ਹਨ ਅਤੇ ਬਿਜਲੀ ਨਾਲ ਵੀ ਚਲਾਈਆਂ ਜਾਂਦੀਆਂ ਹਨ। Cotton cloth is soft and let air to pass through it and it also absorbs sweat। ਸੂਤੀ ਕੱਪੜੇ ਬਹੁਤ ਹੀ ਨਰਮ ਅਤੇ ਹਵਾਦਾਰ ਹੁੰਦੇ ਹਨ ਅਤੇ ਪਸੀਨਾ ਵੀ ਸੋਖਦੇ ਹਨ। The advantages of cotton cloth is that the sweat it absorbs evaporates because of the air it breathes। This results in cooling down of the body। ਸੂਤੀ ਕੱਪੜੇ ਪਹਿਨਣ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਕੱਪੜੇ ਪਸੀਨੇ ਨੂੰ ਸੋਖਦੇ ਹਨ, ਮੁਸਾਮਦਾਰ ਹੋਣ ਕਾਰਨ ਪਸੀਨੇ ਨੂੰ ਵਾਸ਼ਪਿਤ ਕਰਦੇ ਹਨ ਤੇ ਸਾਡੇ ਸਰੀਰ ਨੂੰ ਠੰਡਾ ਰੱਖਦੇ ਹਨ। The cotton clothes are comfortable to wear in hot, humid weather। ਬਹੁਤ ਨਮੀ ਵਾਲੇ ਮੌਸਮ ਵਿੱਚ ਸੂਤੀ ਕੱਪੜੇ ਪਹਿਨਣ ਨਾਲ ਆਰਾਮ ਮਹਿਸੂਸ ਹੁੰਦਾ ਹੈ। Next, knitting ਉਣਨਾ। As we learned earlier, two sets of yarns are used in weaving। ਹੁਣੇ ਅਸੀਂ ਸਿੱਖਿਆ ਕਿ ਧਾਗੇ ਦੀਆਂ ਦੋ ਲੜੀਆਂ ਨੂੰ ਆਪਸ ਵਿੱਚ ਰਲਾ ਕੇ ਬੁਣਾਈ ਕੀਤੀ ਜਾਂਦੀ ਹੈ। In contrast, a single yarn is used to make a piece of fabric in knitting।
ਪਰ ਉਣਾਈ ਵਿੱਚ ਇੱਕੋ ਹੀ ਧਾਗੇ ਦੀ ਵਰਤੋਂ ਕਰਕੇ ਕੱਪੜੇ ਨੂੰ ਤਿਆਰ ਕੀਤਾ ਜਾਂਦਾ ਹੈ। ਯੂ ਮਾਈਟ ਹੈਵ ਸੀਨ ਯੂਰ ਮਦਰ knitting wool to make sweater। ਤੁਸੀਂ ਆਪਣੀ ਮਾਤਾ ਜੀ ਨੂੰ ਉੱਨ ਨਾਲ ਸਵੈਟਰ ਬੁਣਦੇ ਦੇਖਿਆ ਹੋਵੇਗਾ। knitting is done by hands or by machines। ਉਣਾਈ ਹੱਥਾਂ ਨਾਲ ਅਤੇ ਮਸ਼ੀਨਾਂ ਨਾਲ ਵੀ ਕੀਤੀ ਜਾਂਦੀ ਹੈ। animal fibers ਜੰਤੂ ਰੇਸ਼ੇ। The natural fiber obtained from animals are known as animal fibers, for example wool, silk, etc. ਜੰਤੂਆਂ ਤੋਂ ਪ੍ਰਾਪਤ ਕੁਦਰਤੀ ਰੇਸ਼ੇ ਨੂੰ ਜੰਤੂ ਰੇਸ਼ੇ ਆਖਦੇ ਹਨ। ਉਦਾਹਰਨ ਦੇ ਤੌਰ ਤੇ ਉੱਨ, ਰੇਸ਼ਮ ਆਦਿ। wool ਉੱਨ। wool is the fiber derived from the hair of sheep, camel, yak। ਉੱਨ ਇੱਕ ਅਜਿਹਾ ਰੇਸ਼ਾ ਹੈ ਜਿਹੜਾ ਭੇਡ, ਊਂਠ, ਯਾਕ ਦੇ ਵਾਲਾਂ ਤੋਂ ਪ੍ਰਾਪਤ ਹੁੰਦਾ ਹੈ। Removing the wool from sheep using special clipper is called shearing। ਇੱਕ ਖਾਸ ਤਰ੍ਹਾਂ ਦੀ ਕੈਂਚੀ ਦੀ ਵਰਤੋਂ ਨਾਲ ਭੇਡ ਤੋਂ ਉੱਨ ਨੂੰ ਵੱਖ ਕੀਤਾ ਜਾਂਦਾ ਹੈ, ਜਿਸ ਨੂੰ ਵਾਲ ਉਤਾਰਨਾ ਜਾਂ ਜੱਤ ਉਤਾਰਨਾ ਕਹਿੰਦੇ ਹਨ। After this, the wool is transported to the mills where it is cleaned and combed with the help of machine. It is then separated and spun into fiber. This fiber is used to make woolen clothes and carpets। ਇਸ ਤੋਂ ਬਾਅਦ ਉੱਨ ਨੂੰ ਮਿੱਲਾਂ ਵਿੱਚ ਲਿਜਾਇਆ ਜਾਂਦਾ ਹੈ, ਜਿੱਥੇ ਇਸ ਨੂੰ ਇੱਕ ਮਸ਼ੀਨ ਦੁਆਰਾ ਸਾਫ਼ ਕੀਤਾ ਜਾਂਦਾ ਹੈ ਅਤੇ ਮਸ਼ੀਨਾਂ ਦੀ ਵਰਤੋਂ ਕਰਦੇ ਹੋਏ ਰੇਸ਼ਿਆਂ ਨੂੰ ਵੱਖ-ਵੱਖ ਕੀਤਾ ਜਾਂਦਾ ਹੈ। ਫਿਰ ਕਤਾਈ ਕੀਤੀ ਜਾਂਦੀ ਹੈ ਅਤੇ ਧਾਗਾ ਬਣਾਇਆ ਜਾਂਦਾ ਹੈ। ਇਸ ਧਾਗੇ ਨੂੰ ਗਰਮ ਕੱਪੜੇ ਅਤੇ ਗਲੀਚੇ ਬਣਾਉਣ ਲਈ ਵਰਤਿਆ ਜਾਂਦਾ ਹੈ। wool is fluffy and hence retains air। ਉੱਨ ਇੱਕ ਫੁੱਲਿਆ ਹੋਇਆ ਰੇਸ਼ਾ ਹੈ ਜੋ ਹਵਾ ਨੂੰ ਰੋਕ ਕੇ ਰੱਖਦਾ ਹੈ। wool has the property of retaining heat and therefore clothes made by wool are worn in cold weather। ਉੱਨ ਵਿੱਚ ਗਰਮੀ ਨੂੰ ਬਰਕਰਾਰ ਰੱਖਣ ਦੀ ਸਮਰੱਥਾ ਹੁੰਦੀ ਹੈ, ਇਸ ਲਈ ਉੱਨ ਦੁਆਰਾ ਬਣੇ ਕੱਪੜੇ ਠੰਡੇ ਮੌਸਮ ਵਿੱਚ ਪਹਿਨੇ ਜਾਂਦੇ ਹਨ। think and answer ਸੋਚੋ ਅਤੇ ਉੱਤਰ ਦਿਓ। wool is dash and dash air। wool is fluffy and retains air। next, silk। Silk is also natural fiber। ਰੇਸ਼ਮ। ਰੇਸ਼ਮ ਵੀ ਇੱਕ ਕੁਦਰਤੀ ਜੰਤੂ ਰੇਸ਼ਾ ਹੈ। It is obtained from the cocoon of silkworm। ਇਹ ਰੇਸ਼ਮੀ ਕੀੜੇ ਦੇ ਕਕੂਨ ਤੋਂ ਪ੍ਰਾਪਤ ਹੁੰਦਾ ਹੈ। silkworm are fed on the leaves of mulberry trees। ਰੇਸ਼ਮ ਦੇ ਕੀੜੇ ਨੂੰ ਸ਼ਹਿਤੂਤ ਦੇ ਰੁੱਖਾਂ ਦੇ ਪੱਤੇ ਖਵਾਏ ਜਾਂਦੇ ਹਨ। each worm spin a continuous thread up to 700 meter long to make a cocoon। ਹਰੇਕ ਕੀੜਾ ਕਕੂਨ ਬਣਾਉਣ ਲਈ ਲਗਭਗ 700 ਮੀਟਰ ਲੰਬੇ ਧਾਗੇ ਨੂੰ ਆਪਣੇ ਆਲੇ ਦੁਆਲੇ ਲਪੇਟਦਾ ਹੈ। the cocoon is boiled in water to kill the silkworm and then unwound to get silk fiber। ਕਕੂਨ ਵਿਚਲੇ ਰੇਸ਼ਮ ਦੇ ਕੀੜੇ ਨੂੰ ਮਾਰਨ ਲਈ ਇਸ ਨੂੰ ਪਾਣੀ ਵਿੱਚ ਉਬਾਲਿਆ ਜਾਂਦਾ ਹੈ, ਫਿਰ ਇਸ ਤੋਂ ਧਾਗਾ ਪ੍ਰਾਪਤ ਕੀਤਾ ਜਾਂਦਾ ਹੈ। The rearing of the silkworm for production of silk is known as sericulture। ਰੇਸ਼ਮ ਦੇ ਉਤਪਾਦਨ ਲਈ ਰੇਸ਼ਮੀ ਕੀੜੇ ਦੇ ਪਾਲਣ ਨੂੰ ਸੈਰੀਕਲਚਰ ਕਹਿੰਦੇ ਹਨ। Synthetic fiber ਸੰਸਲਿਸ਼ਟ ਰੇਸ਼ੇ। The fibers made by man from chemical are called synthetic fibers। ਉਹ ਰੇਸ਼ੇ ਜਿਹੜੇ ਮਨੁੱਖ ਦੁਆਰਾ ਰਸਾਇਣਕ ਪ੍ਰਕਿਰਿਆ ਦੁਆਰਾ ਬਣਾਏ ਜਾਂਦੇ ਹਨ, ਉਹਨਾਂ ਨੂੰ ਸੰਸ਼ਲਿਸ਼ਟ ਰੇਸ਼ੇ ਕਹਿੰਦੇ ਹਨ। For example, nylon, acrylic and polyester are synthetic fibers। ਜਿਵੇਂ nylon, acrylic, polyester ਸੰਸ਼ਲਿਸ਼ਟ ਰੇਸ਼ੇ ਹਨ। Synthetic fibers are stronger and wrinkle free। ਸੰਸ਼ਲਿਸ਼ਟ ਰੇਸ਼ੇ ਬਹੁਤ ਹੀ ਮਜ਼ਬੂਤ ਅਤੇ ਵੱਟ ਰਹਿਤ ਹੁੰਦੇ ਹਨ। They also dry easily। ਇਹ ਜਲਦੀ ਸੁੱਕਦੇ ਹਨ। They have less air spaces between them। ਇਹਨਾਂ ਵਿੱਚ ਹਵਾ ਦੇ ਲੰਘਣ ਦੀ ਜਗ੍ਹਾ ਬਹੁਤ ਘੱਟ ਹੁੰਦੀ ਹੈ। These fibers do not absorb water। ਸੰਸ਼ਲਿਸ਼ਟ ਰੇਸ਼ੇ ਪਾਣੀ ਨੂੰ ਨਹੀਂ ਸੋਖਦੇ। So these fibers are not suitable for hot and humid weather। ਇਸ ਕਰਕੇ ਇਸ ਤਰ੍ਹਾਂ ਦੇ ਰੇਸ਼ੇ ਗਰਮ ਨਮੀ ਵਾਲੇ ਮੌਸਮ ਵਿੱਚ ਪਹਿਨਣ ਯੋਗ ਨਹੀਂ ਹੁੰਦੇ। Synthetic fiber are used to make socks, toothbrush, bristles, car seat belts, carpets, ropes, school bags, etc। ਸੰਸ਼ਲਿਸ਼ਟ ਰੇਸ਼ਿਆਂ ਤੋਂ ਜੁਰਾਬਾਂ, ਬੁਰਸ਼ ਦੇ ਦੰਦੇ, ਕਾਰ ਦੀ ਸੀਟ ਬੈਲਟ, ਗਲੀਚੇ, ਰੱਸੀਆਂ ਅਤੇ ਸਕੂਲ ਬੈਗ ਆਦਿ ਬਣਾਏ ਜਾਂਦੇ ਹਨ। ਓਕੇ, ਸੋ ਇਸ ਲੈਸਨ ਵਿੱਚ ਜਿਹੜੇ ਅਸੀਂ ਕੀਵਰਡ ਸਿੱਖੇ, ਸਭ ਤੋਂ ਪਹਿਲਾਂ ਹੈ ਜਿਨਿੰਗ ਯਾਨੀ ਕਪਾਹ ਵੇਲਣਾ। The process of separating cotton fibers from the seeds by combing। ਕਪਾਹ ਤੋਂ ਰੇਸ਼ੇ ਅਤੇ ਬੀਜ ਨੂੰ ਵੱਖ ਕਰਨ ਦੀ ਵਿਧੀ ਨੂੰ ਕਪਾਹ ਵੇਲਣਾ ਕਹਿੰਦੇ ਹਨ। Shearing ਯਾਨੀ ਵਾਲ ਕੱਟਣਾ। Removing of wool from sheep using clippers। ਖਾਸ ਕੈਂਚੀ ਨਾਲ ਭੇਡ ਦੇ ਵਾਲ ਉਤਾਰਨ ਦੀ ਵਿਧੀ ਨੂੰ ਸ਼ੀਅਰਿੰਗ ਕਹਿੰਦੇ ਹਨ। ਸੈਰੀਕਲਚਰ, the rearing of silkworms to produce silk।
ਰੇਸ਼ਮ ਦੇ ਕੀੜੇ ਨੂੰ ਪਾਲਣਾ ਸੈਰੀਕਲਚਰ ਕਹਾਉਂਦਾ ਹੈ। ਓਕੇ ਜੀ, ਸੋ ਇਹ ਸੀ ਸਾਡਾ 3rd ਲੈਸਨ। ਹੋਪ ਤੁਹਾਨੂੰ ਕਾਫੀ ਚੀਜ਼ਾਂ ਕਲੀਅਰ ਹੋ ਗਈਆਂ ਹੋਣਗੀਆਂ। ਇਹੋ ਜਿਹੇ ਲੈਸਨਸ ਉਹਨਾਂ ਬੱਚਿਆਂ ਲਈ ਬਹੁਤ ਹੈਲਪਫੁਲ ਰਹਿੰਦੇ ਹਨ ਜਿਨ੍ਹਾਂ ਨੇ ਇੰਗਲਿਸ਼ ਮੀਡੀਅਮ ਨਵਾਂ ਰੱਖਿਆ ਹੈ ਤੇ ਉਹਨਾਂ ਨੂੰ ਇਸ ਮੀਡੀਅਮ ਦੇ ਵਿੱਚ ਸਾਇੰਸ ਪੜ੍ਹਨੀ ਫਿਰ ਬਿਲਕੁਲ ਔਖੀ ਨਹੀਂ ਲੱਗਦੀ ਜਦੋਂ ਉਹਨਾਂ ਨੂੰ ਆਪਣੀ ਮਦਰ ਟੰਗ ਵਿੱਚ ਥੋੜੀ ਹੈਲਪ ਮਿਲ ਜਾਂਦੀ ਹੈ। ਓਕੇ, ਤੋਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਨੈਕਸਟ ਲੈਸਨ ਦੇ ਨਾਲ। ਥੈਂਕ ਯੂ ਸੋ ਮਚ।